ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿੱਧੂ ਤੇ ਲੈ ਕੇ ਆਏ ਤੁਹਾਡੇ ਲਈ ਅੱਜ ਇੱਕ ਫੇਰ ਨਵਾਂ ਵਲੌਗ। ਬਹੁਤ ਸਾਰੀ ਕਮੈਂਟ ਆ ਰਹੇ ਸੀਗੇ ਕਿ ਤੁਸੀਂ ਬੁਟੀਕ ਦੇ ਬਾਰੇ ਦੱਸੋਗੇ, ਆਪਾਂ ਬੁਟੀਕ ਦਾ ਬਿਜ਼ਨਸ ਕਿਵੇਂ ਸਟਾਰਟ ਕਰ ਸਕਦੇ, ਕਿਉਂਕਿ ਅਸੀਂ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ ਕਿਵੇਂ ਆਪਦਾ ਪਾਰਲਰ ਓਪਨ ਕਰ ਸਕਦੇ ਆ ਜਾਂ ਕਿਵੇਂ ਤੁਸੀਂ ਪਾਰਲਰ ਦਾ ਕੰਮ ਕਰ ਸਕਦੇ ਹੋ, ਜਾਂ ਜੇ ਤੁਹਾਨੂੰ ਲਾਇਸੈਂਸ ਲੈਣ ਦੀ ਲੋੜ ਆ ਤਾਂ ਆਪਾਂ ਕਿਵੇਂ ਲੈ ਸਕਦੇ ਆ। ਸੋ ਉੱਥੇ ਬਹੁਤ ਲੋਕਾਂ ਨੇ ਕਮੈਂਟ ਕਰਕੇ ਬੁਟੀਕ ਦਾ ਵੀ ਪੁੱਛਿਆ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗੀ ਕਿ ਤੁਸੀਂ ਘਰੇ ਆਪਦੀ ਬੁਟੀਕ ਕਿਵੇਂ ਓਪਨ ਕਰ ਸਕਦੇ ਹੋ ਜਾਂ ਤੁਸੀਂ ਘਰ ਤੋਂ ਸਟਿਚਿੰਗ ਦਾ ਕੰਮ ਕਿਵੇਂ ਸ਼ੁਰੂ ਕਰ ਸਕਦੇ ਹੋ। ਪਰ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਆਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਸੋ ਜੇ ਮੈਂ ਤੁਹਾਨੂੰ ਆਪਦੇ ਅਕੋਰਡਿੰਗ ਦੱਸਾਂ ਜੋ ਮੈਂ ਹੁਣ 6 ਸਾਲਾਂ 'ਚ ਅਬਜ਼ਰਵ ਕੀਤਾ ਵਾ ਕਿ ਇੱਥੇ ਸਟਿਚਿੰਗ ਦਾ ਜ਼ਿਆਦਾ ਜਿਹੜਾ ਵਾ ਉਹ ਟ੍ਰੈਂਡ ਨਹੀਂ ਹੈਗਾ, ਕਿਉਂਕਿ ਰੀਜ਼ਨ ਇਹ ਆ ਜਿਵੇਂ ਹੁਣ ਆਪਾਂ ਇੱਥੋਂ ਜਿਹੜੇ ਸੂਟ ਵੀ ਬਾਏ ਕਰਦੇ ਆ ਸੋ ਇੱਕ ਤਾਂ ਉਹ ਲੇਟੈਸਟ ਡਿਜ਼ਾਈਨਸ ਦੇ ਨਹੀਂ ਹੁੰਦੇ, ਇੱਕ ਹੁੰਦਾ ਵਾ ਕਿ ਪੁਰਾਣੇ ਜਿਹੜੇ ਆਪਣੇ ਇੰਡੀਆ ਦੇ ਵਿੱਚ ਬਹੁਤ ਟਾਈਮ ਪਹਿਲਾਂ ਸੂਟ ਚੱਲਦੇ ਸੀ ਉਹ ਡਿਜ਼ਾਈਨਸ ਹੁੰਦੇ ਆ ਤੇ ਪ੍ਰਾਈਸ ਵੀ ਜਿਹੜਾ ਵਾ ਜ਼ਿਆਦਾ ਹੁੰਦਾ ਵਾ। ਫਿਰ ਆਪਾਂ ਨੂੰ ਹੁੰਦਾ ਵਾ ਕਿ ਜੇ ਮੈਂ $50 ਦਾ $100 ਦਾ ਸੂਟ ਬਾਏ ਕੀਤਾ ਤੇ ਮੈਨੂੰ ਉਹਦੀ ਸਟਿਚਿੰਗ ਵੀ ਦੇਣੀ ਪਊਗੀ ਤੇ ਉਹ ਜ਼ਿਆਦਾ ਮਹਿੰਗਾ ਪੈ ਜਾਊਗਾ ਤੇ ਹੁਣ ਮੈਂ ਲੇਟੈਸਟ ਡਿਜ਼ਾਈਨ ਦਾ ਸੂਟ ਜਿਹੜਾ ਵਾ ਉਹ ਇੰਡੀਆ ਤੋਂ ਹੀ ਮੰਗਵਾ ਲਵਾਂ। ਪਰ ਫਿਰ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੰਮ ਜਮਾਂ ਹੀ ਨਹੀਂ ਚੱਲਦਾ, ਕੰਮ ਚੱਲਦਾ ਵਾ। ਪਰ ਤੁਹਾਨੂੰ ਇਹ ਆ ਕਿ ਪਹਿਲਾਂ ਤੁਹਾਨੂੰ ਪ੍ਰਾਈਸ ਵਗੈਰਾ ਸਭ ਕੁਝ ਦੇਖ ਕੇ ਰੱਖਣਾ ਪੈਂਦਾ, ਲਾਈਕ ਤੁਸੀਂ ਜ਼ਿਆਦਾ ਹਾਈ ਪ੍ਰਾਈਸ ਨਹੀਂ ਰੱਖ ਸਕਦੇ। ਪਹਿਲਾਂ ਆਪਦੀ ਮਾਰਕੀਟਿੰਗ ਬਣਾਓ ਤੇ ਫਿਰ ਉਹਦੇ ਅਕੋਰਡਿੰਗ ਜਿਹੜਾ ਵਾ ਆਪਦਾ ਪ੍ਰਾਈਸ ਸੈੱਟ ਕਰ ਲਵੋ ਜਦੋਂ ਤੁਹਾਡੇ ਕਸਟਮਰਸ ਬਣ ਗਏ। ਹੁਣ ਆਪਾਂ ਮੇਨ ਟੌਪਿਕ ਤੇ ਆਉਂਦੇ ਆ ਕਿ ਜੇ ਤੁਸੀਂ ਆਪਦੀ ਬੁਟੀਕ ਖੋਲਣੀ ਹੈ ਕਿ ਤੁਹਾਨੂੰ ਕੋਈ ਲਾਇਸੈਂਸ ਵਗੈਰਾ ਦੀ ਲੋੜ ਆ। ਉਹ ਪਹਿਲਾਂ ਤਾਂ ਮੈਂ ਤੁਹਾਨੂੰ ਆਪਦੇ ਐਕਸਪੀਰੀਅੰਸ ਦੇ ਅਕੋਰਡਿੰਗ ਦੱਸਦੀ ਹਾਂ। ਸੋ ਮੈਂ ਆਪਣੀ ਵੈਡਿੰਗ 'ਚ ਸਾਰੇ ਸੂਟ ਜਿਹੜੇ ਸੀਗੇ ਉਹ ਇੰਡੀਆ ਤੋਂ ਮੰਗਵਾਏ ਸੀਗੇ, ਬਟ ਕੀ ਹੋਇਆ ਕਿ ਮੇਰੇ ਇੱਕ ਸੂਟ ਦੀ ਫਿਟਿੰਗ ਜਿਹੜੀ ਸੀਗੀ ਉਹ ਸਹੀ ਨਹੀਂ ਸੀ ਆਈ, ਪ੍ਰੋਪਰ ਨਹੀਂ ਸੀਗੀ ਤੇ ਮੈਂ ਫਿਰ ਉਹਨੂੰ ਅਲਟਰ ਕਰਵਾਉਣਾ ਸੀਗਾ। ਸੋ ਅਲਟਰ ਕਰਵਾਉਣ ਦੇ ਲਈ ਮੈਂ ਟੇਲਰ ਫਾਈਂਡ ਕੀਤਾ। ਸੋ ਮੈਂ ਟੇਲਰ ਕਿੱਥੋਂ ਫਾਈਂਡ ਕੀਤਾ? ਮੈਂ ਮਾਰਕੀਟ ਪਲੇਸ ਤੇ ਸਰਚ ਕੀਤਾ, ਮੈਂ ਇੱਕ ਚੀਚੀ ਤੇ ਸਰਚ ਕੀਤਾ ਕਿ ਕੋਈ ਨੀਅਰ ਬਾਈ ਟੇਲਰ ਹੋ ਜਾਏ, ਕਿਉਂਕਿ ਮੇਰਾ ਕੋਰੀਅਰ ਲੇਟ ਆਇਆ ਸੀਗਾ ਤੇ ਇੱਕ ਦਿਨ ਦਾ ਗੈਪ ਸੀਗਾ ਤੇ ਤੋਂ ਅਗਲੇ ਦਿਨ ਸਾਡੀ ਵੈਡਿੰਗ ਸੀਗੀ ਤੇ ਮੈਨੂੰ ਸੂਟ ਚਾਹੀਦਾ ਵੀ ਸੀਗਾ। ਸੋ ਜਦੋਂ ਮੈਂ ਮਾਰਕੀਟ ਪਲੇਸ ਤੇ ਸਰਚ ਕੀਤਾ ਤੇ ਇੱਕ ਪੰਜਾਬੀ ਦੀਦੀ ਸੀਗੇ ਜਿਹੜੇ ਇਕੱਲੇ ਅਲਟਰੇਸ਼ਨ ਦਾ ਕੰਮ ਕਰਦੇ ਸੀਗੇ, ਮਤਲਬ ਸੂਟ ਸਟਿਚ ਨਹੀਂ ਸੀ ਕਰਦੇ, ਉਹ ਸਿਰਫ ਸੂਟ ਜਿਹੜੇ ਸੀਗੇ ਉਹ ਠੀਕ ਕਰਦੇ ਸੀਗੇ। ਸੋ ਸਾਡੇ ਘਰ ਦੇ ਕੋਲ ਹੀ ਸੀਗੇ, ਮੈਂ ਉਹਨਾਂ ਕੋਲੇ ਗਈ ਤੇ ਜਦੋਂ ਮੈਂ ਸੂਟ ਦਿੱਤਾ ਤੇ ਆਪਾਂ ਗੱਲਬਾਤ ਕਰ ਹੀ ਲੈਂਦੇ, ਕਿਉਂਕਿ ਜਦੋਂ ਆਪਣੇ ਪੰਜਾਬੀ ਹੁੰਦੇ ਆ ਫਿਰ ਆਪਾਂ ਪੁੱਛ ਲੈਂਦੇ ਆ। ਤੇ ਉਹਨਾਂ ਦਾ ਬੱਚਾ ਵੀ ਸੀਗਾ, ਉਹ ਕਹਿੰਦੇ ਕਿ ਮੈਂ ਸੂਟ ਸਿਉਂਦੀ ਨਹੀਂ ਆ ਬਟ ਮੈਂ ਅਲਟਰ ਕਰ ਦਿੰਦੀ ਆ ਕਿਉਂਕਿ ਅਲਟਰੇਸ਼ਨ ਦੇ ਵਿੱਚ ਜਿਹੜਾ ਟਾਈਮ ਆ ਉਹ ਘੱਟ ਲੱਗਦਾ ਵਾ। ਸੋ ਉਹਨਾਂ ਨੇ ਮੇਰਾ ਸੂਟ ਅਲਟਰ ਕਰਨ ਦੇ ਹੀ ਮੇਰੇ ਕੋਲੇ $20 ਲਏ ਸੀਗੇ ਐਂਡ ਲਾਈਕ ਕੱਪੜਾ ਮੈਂ ਉਹਨਾਂ ਨੂੰ ਆਪ ਦੇ ਕੇ ਆਈ ਸੀਗੀ ਜਿਹੜਾ ਉੱਪਰ ਪੈਣਾ ਸੀਗਾ ਤੇ ਅਲਟਰੇਸ਼ਨ ਦੇ ਇੰਨੇ ਚਾਰजेस ਸੀਗੇ। ਸੋ ਇੱਕ ਤਾਂ ਇਹ ਵੀ ਤਰੀਕਾ ਹੈਗਾ ਵਾ ਕਿ ਜੇ ਤੁਸੀਂ ਘਰੋਂ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਆਪਦੀ ਐਡ ਚੀਚੀ ਤੇ ਪਾ ਸਕਦੇ ਹੋ, ਮਾਰਕੀਟ ਪਲੇਸ ਤੇ ਪਾ ਸਕਦੇ ਹੋ, ਨਾਲ ਤੁਸੀਂ ਪ੍ਰਾਈਸ ਲਿਖ ਸਕਦੇ ਹੋ ਕਿ ਮੈਂ ਸੂਟ ਸਟਿਚਿੰਗ ਦਾ ਇੰਨਾ ਚਾਰਜ ਕਰਦੀ ਆ ਜਾਂ ਮੈਂ ਲਾਈਨਿੰਗ ਵਾਲੇ ਸੂਟ ਦਾ ਇੰਨਾ ਚਾਰਜ ਕਰਦੀ ਆ ਤੇ ਤੁਹਾਨੂੰ ਕਸਟਮਰਸ ਜਿਹੜੇ ਆ ਆਪ ਹੀ ਕੰਟੈਕਟ ਕਰ ਲੈਣਗੇ ਤੇ ਤੁਹਾਡਾ ਘਰੋਂ ਵੀ ਕੰਮ ਚੱਲੀ ਜਾਊਗਾ। ਸੋ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜੇ ਆਪਾਂ ਆਪਣੀ ਸ਼ਾਪ ਹੀ ਖੋਲਣੀ ਹੋਵੇ, ਜੇ ਆਪਾਂ ਆਪਣੀ ਬੁਟੀਕ ਖੋਲਣੀ ਹੋਵੇ ਤੇ ਉਹਦੇ 'ਚ ਕਿੰਨੇ ਕੁ ਪੈਸੇ ਬਣਦੇ ਆ। ਸੋ ਅਸੀਂ ਇੱਕ ਘਰ ਦੇ ਵਿੱਚ ਰਹਿੰਦੇ ਸੀਗੇ ਤੇ ਉਹਦੀ ਜਿਹੜੀ ਓਨਰ ਸੀਗੀ ਉਹਦੀ ਆਪਦੀ ਸ਼ਾਪ ਸੀਗੀ ਤੇ ਮੈਂ ਉਹਦੀ ਸ਼ਾਪ ਤੇ ਵਿਜ਼ਿਟ ਵੀ ਕੀਤਾ ਸੀਗਾ। ਮੈਂ ਵੀ ਉਦੋਂ ਦੇਖਣਾ ਸੀ ਵੀ ਕਿਵੇਂ ਦੇ ਸੂਟ ਆ ਤੇ ਕੀ ਪ੍ਰਾਈਸ ਆ ਇੱਥੇ। ਸੋ ਉਹ ਆਪ ਤਾਂ ਜਿਹੜੀ ਸ਼ਾਪ ਰਨ ਕਰਦੀ ਸੀਗੀ ਤੇ ਉਹਨੇ ਨਾਲ ਇੱਕ ਜਿਹੜੇ ਲੇਡੀ ਬਿਠਾਏ ਹੋਏ ਸੀਗੇ ਜਿਹੜੇ ਸੂਟ ਜਿਹੜਾ ਸਟਿਚ ਕਰਦੇ ਸੀਗੇ। ਸੋ ਤੁਹਾਡਾ ਨਾਪ ਵਗੈਰਾ ਲੈ ਕੇ ਸਟਿਚ ਕਰ ਲੈਂਦੇ ਸੀਗੇ ਕਿਉਂਕਿ ਜਿਹਦੀ ਸ਼ਾਪ ਸੀਗੀ ਉਹਨੂੰ ਸਟਿਚਿੰਗ ਨਹੀਂ ਸੀ ਆਉਂਦੀ। ਸੋ ਜਿਹੜੀ ਉਹਨੇ ਲੇਡੀ ਬਿਠਾਈ ਸੀਗੀ ਇਹਨਾਂ ਦਾ 50-50 ਟਾਈ ਅਪ ਸੀਗਾ ਕਿ ਅੱਧਾ ਉਹਨੂੰ ਮਿਲੂਗਾ ਤੇ ਅੱਧਾ ਬੁਟੀਕ ਵਾਲੀ ਦਾ ਹੋਊਗਾ ਜਿੰਨੇ ਕਸਟਮਰਸ ਆਉਣਗੇ। ਸੋ ਐਵੇਂ ਵੀ ਤੁਸੀਂ ਕਰ ਸਕਦੇ ਹੋ, ਪਰ ਜੇ ਤੁਸੀਂ ਆਪਦੀ ਸ਼ਾਪ ਖੋਲਣੀ ਆ ਤੇ ਫਿਰ ਤੁਹਾਨੂੰ ਆਪਦਾ ਬਿਜ਼ਨਸ ਜਿਹੜਾ ਵਾ ਉਹ ਰਜਿਸਟਰ ਕਰਵਾਉਣਾ ਪੈਂਦਾ ਵਾ, ਕਿਉਂਕਿ ਕੈਨੇਡਾ ਦੇ ਵਿੱਚ ਇਹ ਰੂਲ ਆ ਕਿ ਤੁਸੀਂ ਆਪਦਾ ਬਿਜ਼ਨਸ ਸ਼ੁਰੂ ਕੋਈ ਵੀ ਕਰਨਾ ਵਾ ਤੁਹਾਨੂੰ ਪਹਿਲਾਂ ਉਹ ਰਜਿਸਟਰ ਕਰਵਾਉਣਾ ਪੈਂਦਾ ਵਾ। ਹੁਣ ਆਪਾਂ ਗੱਲ ਕਰਦੇ ਆ ਕਿ ਜੇ ਆਪਾਂ ਬੁਟੀਕ ਖੋਲਦੇ ਆ ਉਹਦੇ ਵਿੱਚ ਆਪਾਂ ਨੂੰ ਕਿੰਨੀ ਕੁ ਕਮਾਈ ਆ, ਕਿ ਆਪਾਂ ਜੇ ਕਿਤੇ ਬਾਹਰ ਕੰਮ ਕਰਦੇ ਆ ਫੈਕਟਰੀ 'ਚ ਕੰਮ ਕਰਦੇ ਉਹਦੇ ਨੂੰ ਜ਼ਿਆਦਾ ਇਨਕਮ ਆ ਜਾਂ ਸੇਮ ਹੀ ਆ। ਹੁਣ ਜੇ ਆਪਾਂ ਕਹੀਏ ਕਿ ਆਪਾਂ ਇੱਥੇ ਸੂਟ ਸਟਿਚਿੰਗ ਦੀ ਜਿਹੜੀ ਕਾਸਟ ਹੈਗੀ ਆ $50 ਆ, ਰੇਂਜ ਤਾਂ ਵੇਰੀ ਕਰਦੀ ਆ ਬਟ $50 ਤਾਂ ਹੈਗੀ ਆ। ਸੋ ਹੁਣ ਜੇ ਆਪਾਂ ਇੱਕ ਦਿਨ ਦੇ ਵਿੱਚ ਇੱਕ ਸੂਟ ਸੀਨੇ ਆ ਤੇ ਆਪਾਂ $50 ਕਮਾਉਂਦੇ ਆ। ਪਰ ਇਹੀ ਜੇ ਆਪਾਂ ਲਾਈਏ ਕਿ ਆਪਾਂ ਕਿਤੇ ਬਾਹਰ ਕੰਮ ਕਰਦੇ ਆ, ਇੱਥੇ ਜਿਹੜਾ ਮਿਨੀਮਮ ਵੇਜ ਰੇਟ ਇਸ ਟਾਈਮ ਚੱਲ ਰਿਹਾ ਵਾ 15 ਆ।
ਸੋ ਜੇ ਤੁਸੀਂ ਕਿਤੇ ਬਾਹਰ ਕੰਮ ਕਰਦੇ ਹੋ ਫਿਰ ਤਾਂ ਤੁਸੀਂ ਜ਼ਿਆਦਾ ਪੈਸੇ ਕਮਾਓਗੇ, ਕਿਉਂਕਿ ਜੇ ਆਪਾਂ 15 ਦੇ ਹਿਸਾਬ ਨਾਲ ਦੇਖੀਏ ਤੇ ਆਪਾਂ 8 ਘੰਟੇ ਦੀ ਸ਼ਿਫਟ ਲਾਈਏ ਤੇ ਜੇ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਸੂਟ ਸਟਿਚ ਕਰੋਗੇ ਤੇ ਤੁਹਾਡਾ $50 ਹੀ ਬਣੂਗਾ। ਬੁਟੀਕ ਮੇਰੇ ਅਕੋਰਡਿੰਗ ਉਹਨਾਂ ਲਈ ਤਾਂ ਠੀਕ ਆ, ਹਾਂ ਜਿਵੇਂ ਹੁਣ ਆਪਣੇ ਕੋਈ ਮਦਰ ਆਏ ਹੋਣ ਜਾਂ ਹਨਾ ਕੋਈ ਹੋਰ ਰਿਲੇਟਿਵ ਹੋਵੇ ਤੇ ਉਹ ਕਵੇ ਕਿ ਚੱਲ ਠੀਕ ਆ ਮੈਂ ਕਿਤੇ ਹੋਰ ਤਾਂ ਕੰਮ ਨਹੀਂ ਕਰਨਾ ਤੇ ਮੈਨੂੰ ਆਹ ਕੰਮ ਆਉਂਦਾ ਵਾ, ਚੱਲ ਜੇ ਮੈਂ ਇੱਕ ਦਿਨ ਦੇ $50 ਵੀ ਕਮਾ ਲੇ ਤੇ ਮੇਰੇ ਲਈ ਵਧੀਆ ਵਾ ਬਾਹਰ ਕੰਮ ਕਰਨ ਨਾਲੋਂ। ਸੋ ਉਹਦੇ ਲਈ ਤਾਂ ਠੀਕ ਆ। ਪਰ ਜੇ ਆਪਾਂ ਸੋਚੀ ਕਿ ਐਜ਼ ਅ ਨਿਊ ਇਮੀਗ੍ਰੈਂਟ ਮੈਂ ਆ ਕੇ ਹੀ ਆਪਦੀ ਸੂਟ ਸਟਿਚਿੰਗ ਦੇ ਕੰਮ ਤੋਂ ਇੰਨੀ ਕੁ ਕਮਾਈ ਕਰ ਲੂੰਗਾ ਤੇ ਉਹ ਥੋੜੀ ਔਖੀ ਆ। ਕਿਉਂਕਿ ਕੀ ਹੁੰਦਾ ਵਾ, ਜਿਵੇਂ ਹੁਣ ਮੈਨੂੰ ਵੀ 6 ਸਾਲ ਹੋ ਗਏ ਤੇ ਮੈਂ ਇੱਥੋਂ ਕੋਈ ਵੀ ਸੂਟ ਲੈ ਕੇ ਸਟਿਚ ਨਹੀਂ ਕਰਵਾਇਆ, ਕਿਉਂਕਿ ਸਟਿਚਿੰਗ ਕਾਸਟ ਜ਼ਿਆਦਾ ਹੁੰਦੀ ਆ। ਬਾਕੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਜਿੱਦਾਂ ਦਾ ਕੱਪੜਾ ਇੰਡੀਆ ਮਿਲਦਾ ਵਾ ਉਹ ਇੱਥੇ ਨਹੀਂ ਮਿਲਦਾ। ਇੱਥੇ ਤਾਂ ਜੇ ਆਪਾਂ ਨੂੰ ਬਹੁਤ ਸਰਦਾ ਨਾ ਹੋਵੇ, ਆਪਾਂ ਨੂੰ ਸੂਟ ਦੀ ਲੋੜ ਹੋਵੇ ਤੇ ਆਪਾਂ ਤਾਂ ਖਰੀਦਦੇ ਆ। ਈਵਨ ਆਲ ਜਦੋਂ ਸਾਡੀ ਵੈਡਿੰਗ ਵੀ ਸੀਗੀ, ਮੈਂ ਉਦੋਂ ਜਿਹੜੇ ਆਪਦੇ ਸਾਰੇ ਕੱਪੜੇ ਆ ਉਹ ਇੰਡੀਆ ਤੋਂ ਮੰਗਵਾਏ ਸੀਗੇ ਤੇ ਪਹਿਲਾਂ ਮੇਰਾ ਕੋਰੀਅਰ ਜਿਹੜਾ ਥੋੜਾ ਡਿਲੇ ਹੋ ਗਿਆ ਸੀਗਾ ਤੇ ਮੈਨੂੰ ਇੱਥੇ ਅਲੱਗ-ਅਲੱਗ ਸ਼ਾਪਸ ਤੇ ਜਾ ਕੇ ਜਿਹੜੇ ਉਹ ਕੱਪੜੇ ਦੇਖਣੇ ਪਏ। ਸੋ ਉਹ ਪ੍ਰਾਈਸ ਇੰਨਾ ਜ਼ਿਆਦਾ ਸੀਗਾ ਕਿ ਮੈਂ ਪ੍ਰਾਈਸ ਦੇਖ ਕੇ ਕਿਹਾ ਵੀ ਨਹੀਂ ਇਹ ਤਾਂ ਬਹੁਤ ਜ਼ਿਆਦਾ ਪ੍ਰਾਈਸ ਆ ਤੇ ਸੂਟ ਵੀ ਇੰਨੇ ਦੇ ਲੱਗਦੇ ਨਹੀਂ ਹੈਗੇ। ਸੋ ਇਹ ਮੇਨ ਪ੍ਰੋਬਲਮ ਆ ਇੱਥੋਂ ਦੀ। ਹੁਣ ਅੱਗੇ ਆਪਾਂ ਗੱਲ ਕਰਦੇ ਜਿਵੇਂ ਹੁਣ ਇੰਡੀਆ ਦੇ ਵਿੱਚ ਤਾਂ ਕੁੜੀਆਂ ਵੀ ਜਿਹੜੀਆਂ ਉਹ ਘਰਾਂ ਦੇ ਵਿੱਚ ਨਾਰਮਲ ਸੂਟਸ ਹੀ ਪਾਉਂਦੀਆਂ ਵਾ। ਇੱਥੇ ਕੀ ਹੁੰਦਾ ਵਾ, ਇੱਥੇ ਨਾਰਮਲ ਤਾਂ ਸੂਟ ਨਹੀਂ ਪੈਂਦੇ। ਤੁਸੀਂ ਕਿਸੇ ਫੰਕਸ਼ਨ ਤੇ ਜਾਣਾ ਵਾ, ਕਿਤੇ ਗੁਰਦੁਆਰੇ ਜਾਣਾ ਵਾ ਤਾਂ ਤੁਸੀਂ ਉਦੋਂ ਹੀ ਸੂਟ ਪਾਉਂਦੇ ਹੋ। ਸੋ ਤਾਂ ਕਰਕੇ ਇੱਥੇ ਜ਼ਿਆਦਾ ਕੋਈ ਸੂਟ ਖਰੀਦਦਾ ਵੀ ਨਹੀਂ ਹੈਗਾ, ਨਾ ਹੀ ਕੋਈ ਜ਼ਿਆਦਾ ਸੂਟ ਜਿਹੜਾ ਸਵਾਉਂਦਾ ਵਾ। ਸੋ ਇਸ ਕਰਕੇ ਠੀਕ ਆ, ਬਿਜ਼ਨਸ ਓਕੇ ਆ। ਬਟ ਜੇ ਆਪਾਂ ਕਹੀਏ ਕਿ ਹਾਂ ਆਪਾਂ ਬਹੁਤ ਜ਼ਿਆਦਾ ਅਪ ਲੈਵਲ ਤੱਕ ਇਹਨੂੰ ਲੈ ਜਾਵਾਂਗੇ ਤਾਂ ਉਹ ਚੀਜ਼ ਨਹੀਂ ਹੈਗੀ। ਸੋ ਹੁਣ ਕਈ ਵਾਰ ਕੀ ਹੁੰਦਾ ਵਾ ਕਿ ਆਪਾਂ ਕਹਿੰਦੇ ਆ ਕਿ ਚੱਲ ਮੇਰਾ ਮੰਡੇ ਟੂ ਫਰਾਈਡੇ ਤੱਕ ਕਿਤੇ ਕੰਮ ਹੈਗਾ ਵਾ ਜਾਂ ਮੈਂ ਸੈਟਰਡੇ ਸੰਡੇ ਫ੍ਰੀ ਆ ਤਾਂ ਤੁਹਾਨੂੰ ਬੁਟੀਕ ਦਾ ਕੋਈ ਕੰਮ ਆਉਂਦਾ ਵਾ। ਹਾਂ ਉਹ 2 ਦਿਨਾਂ ਦੇ ਵਿੱਚ ਤੁਸੀਂ ਏਦਾਂ ਆਪਦੀ ਐਡ ਪਾ ਸਕਦੇ ਹੋ ਤੇ ਉਹ ਕੰਮ ਕਰ ਸਕਦੇ ਹੋ। ਪਰ ਜੇ ਤੁਸੀਂ ਕਹੋ ਕਿ ਤੁਸੀਂ ਪਰਮਾਨੈਂਟ ਹੀ ਬੁਟੀਕ ਦਾ ਕੰਮ ਕਰਨਾ ਵਾ ਤੇ ਤੁਸੀਂ ਮਤਲਬ ਇਹਦੇ ਤੇ ਆਪਦਾ ਘਰ ਚਲਾਉਣਾ ਤਾਂ ਉਹ ਸਟਾਰਟਿੰਗ ਦੇ ਵਿੱਚ ਤਾਂ ਥੋੜਾ ਔਖਾ ਹੋਊਗਾ। ਹਾਂ ਬਾਅਦ ਚ ਤੁਹਾਡੇ ਕਲਾਇੰਟਸ ਬਣ ਗਏ ਉਹ ਡਿਫਰੈਂਟ ਸਟੋਰੀ ਆ, ਬਟ ਸਟਾਰਟਿੰਗ ਦੇ ਵਿੱਚ ਤੁਸੀਂ ਇਕੱਲਾ ਬੁਟੀਕ ਤੇ ਰਿਲਾਈ ਨਹੀਂ ਕਰ ਸਕਦੇ। ਐਂਡ ਦੂਜੀ ਗੱਲ ਇਹ ਹੈ, ਜਿਵੇਂ ਅੱਜ ਕੱਲ੍ਹ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਇੰਡੀਆ 'ਚ ਵੀ ਬੁਟੀਕਸ ਹੈਗੀਆਂ ਉਹਨਾਂ ਦਾ ਬਾਹਰ ਟਾਈ ਅਪ ਹੁੰਦਾ ਵਾ। ਸੋ ਸਾਡੀ ਜਿਹੜੀ ਇੱਧਰਲੀ ਮਨੀ ਆ ਉਹ ਤਾਂ ਆਪਾਂ ਨੂੰ ਵੀ ਪਤਾ ਕਿ ਉੱਧਰ ਜ਼ਿਆਦਾ ਬਣ ਜਾਂਦੀ ਹੈ। ਸੋ ਸਾਨੂੰ ਉੱਧਰੋਂ ਸਸਤਾ ਪੈਂਦਾ ਵਾ ਤੇ ਬੰਦਾ ਆਨਲਾਈਨ ਸ਼ਿਪਿੰਗ ਵੀ ਕਰਵਾ ਲੈਂਦਾ ਵਾ, ਕਿਉਂਕਿ ਕਈਆਂ ਦੇ ਇੰਸਟਾਗ੍ਰਾਮ ਪੇਜ ਵੀ ਆ ਜਿਹੜੇ ਇੱਦਾਂ ਭੇਜਦੇ ਆ। ਸੋ ਅੱਜ ਕੱਲ੍ਹ ਲੋਕੀ ਜ਼ਿਆਦਾ ਇਹ ਕਰ ਰਹੇ ਆ। ਪਰ ਹਾਂਜੀ ਜੇ ਫਿਰ ਵੀ ਤੁਹਾਨੂੰ ਕੰਮ ਆਉਂਦਾ ਵਾ ਤਾਂ ਤੁਸੀਂ ਉਹਨੂੰ ਐਜ਼ ਅ ਪਾਰਟ ਟਾਈਮ ਲੈ ਕੇ ਚੱਲ ਸਕਦੇ ਹੋ, ਮੇਰੇ ਅਕੋਰਡਿੰਗ ਜੋ ਮੇਰੀ ਪਰਸਨਲ ਰਾਏ ਆ। ਪਰ ਜੇ ਤੁਸੀਂ ਉਹਨੂੰ ਕਹੋ ਕਿ ਹਾਂ ਇਹਦੇ ਤੇ ਮੇਰਾ ਘਰ ਚੱਲੇ, ਉਹ ਚੀਜ਼ ਥੋੜੀ ਜਿਹੀ ਸਟਾਰਟਿੰਗ ਦੇ ਵਿੱਚ ਔਖੀ ਆ। ਐਂਡ ਦੂਜੀ ਗੱਲ ਇਹ ਆ, ਕਈ ਲੋਕੀ ਕੀ ਕਰਦੇ ਆ ਜਿਨ੍ਹਾਂ ਨੇ ਬੁਟੀਕਸ ਖੋਲੀਆਂ ਹੋਈਆਂ ਉਹਨਾਂ ਦਾ ਇਕੱਲਾ ਬੁਟੀਕ ਦਾ ਬਿਜ਼ਨਸ ਨਹੀਂ ਹੁੰਦਾ। ਜਿਵੇਂ ਉਹਨਾਂ ਨੇ ਸੂਟ ਰੱਖੇ ਹੋਏ ਆ, ਵਿੱਚ ਹੀ ਉਹਨਾਂ ਨੇ ਜੁਐਲਰੀ ਰੱਖ ਲਈ, ਵਿੱਚ ਹੀ ਉਹਨਾਂ ਨੇ ਜੁੱਤੀਆਂ ਰੱਖ ਲਈਆਂ, ਕਿਉਂਕਿ ਜਿਹੜਾ ਕਸਟਮਰ ਸੂਟ ਦੇਖਣ ਆਇਆ ਉਹਨੇ ਜੁਐਲਰੀ ਬਾਏ ਕਰ ਲਈ ਜਾਂ ਉਹਨੇ ਜੁੱਤੀਆਂ ਵਗੈਰਾ ਲੈ ਲਈਆਂ ਤਾਂ ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੇ ਵੱਧ ਤੋਂ ਵੱਧ ਕਸਟਮਰਸ ਬਣਦੇ ਆ ਤੇ ਉਹ ਸਮਾਨ ਵੇਚ ਕੇ ਵੀ ਜਿਹੜਾ ਥੋੜੀ ਐਕਸਟਰਾ ਮਨੀ ਕਮਾ ਲੈਂਦੇ ਆ। ਸੋ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ, ਕਿਉਂਕਿ ਬਹੁਤ ਲੋਕਾਂ ਦਾ ਇਹ ਕੁਐਸਚਨ ਸੀਗਾ ਕਿ ਅਸੀਂ ਘਰੋਂ ਬੁਟੀਕ ਚਲਾ ਸਕਦੇ ਕਿ ਨਹੀਂ ਚਲਾ ਸਕਦੇ। ਉਮੀਦ ਕਰਦੇ ਕਿ ਇਸ ਵਲੌਗ ਦੇ ਨਾਲ ਤੁਹਾਨੂੰ ਤੁਹਾਡੇ ਕੁਐਸਚਨ ਦਾ ਜਵਾਬ ਮਿਲ ਗਿਆ ਹੋਊਗਾ। ਫਿਰ ਵੀ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਕੁਐਸਚਨ ਹੋਇਆ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਵੀ DM ਕਰ ਸਕਦੇ ਹੋ। ਇੰਸਟਾਗ੍ਰਾਮ ਦੀ ID ਮੈਂਸ਼ਨ ਆ। ਐਂਡ ਤੁਸੀਂ ਸਾਨੂੰ YouTube ਤੇ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ। ਬਹੁਤ ਛੇਤੀ ਮਿਲਾਂਗੇ ਇੱਕ ਹੋਰ ਵਧੀਆ ਵਲੌਗ ਦੇ ਨਾਲ। ਅੱਜ ਦੇ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।